2 ਮਹੀਨੇ ਤੇ 15 ਦਿਨ ਹੋ ਗਿਆ ਗਵਾਚੇ ਨੂੰ। गायब क्यों है की होया ਲੜਾਈ ਹੋਈ ਆ, ਮਾਲਕ ਮਕਾਨ ਨੇ ਕਿਹਾ ਜੀ ਅੱਜ ਤੋਂ ਬਾਅਦ ਤੁਸੀਂ ਵੇਖੋਗੇ ਨਹੀਂ। लड़ाई किस गल तो हुई सी क्यों हुई सी की काम करता ਕੰਮ ਕੋਈ ਵੀ ਸੀ ਕਰਦਾ, ਰੇੜੀ ਲੱਗਦੀ, ਉਹ ਬੱਚੀਆਂ ਸੀਗੀਆਂ ਨਿੱਕੀਆਂ ਨਿੱਕੀਆਂ ਤੇ ਉਹਨੇ ਕੀਤਾ, ਇੱਕ ਬੱਚਾ ਸੀ 8 ਸਾਲ, ਉਹਨੇ ਬਾਜੂ ਫੜ ਕੇ ਪਰੇ ਕੀਤਾ ਤੇ ਉਹਨੇ ਕਿਹਾ ਹਾਂ ਬਾਜੂ ਕੇ ਮੇਰੀ ਬੱਚੀ ਦਾ ਫੜ ਕੇ ਪਰੇ ਕੀਤਾ, ਇੱਥੋਂ ਨੇ ਲੜਾਈ ਬਣਾ ਲਈ। 9:30 ਵਜੇ ਬੱਚਾ ਮੇਰਾ ਗਿਆ ਵੀ ਇਹਨਾਂ ਨੇ ਕਰਾਤਾ ਸੀ। ਹਾਂ ਜੀ ਪਰਚਾ ਵੀ ਕੱਟਿਆ ਗਿਆ, ਨਾਂ ਵੀ 4 ਬੰਦਿਆਂ ਤੇ ਮੈਂ ਲਿਖਾ ਦਿੱਤਾ। ਇਹਨਾਂ ਨੂੰ ਕਿਹਾ ਮੇਰਾ ਪੁੱਤਰ ਜਿੱਥੇ ਵੀ ਹੈਗਾ ਮੇਰਾ ਪੁੱਤ ਮੈਨੂੰ ਸਹੀ ਸਲਾਮਤ। ਅੱਗੋਂ ਧਮਕੀਆਂ ਲਾਉਂਦੇ ਆ ਜਦੋਂ ਵੀ ਅਸੀਂ ਸਾਰਾ ਕੁਝ ਵਾਲ ਨਹੀਂ ਵਿਗਾ ਕਰ ਸਕਦੀ, ਸਾਰਾ ਕੁਝ ਵਿਗਾੜ ਨਹੀਂ ਸਕਦੀ। मतलब उन्होंने ही गायब ਹਾਂਜੀ ਗੈਬ ਇਹਨਾਂ ਦੇ ਵਿੱਚ ਜੇ ਪੁਲਿਸ ਚਾਹਵੇ ਨਾ ਪੁੱਠਿਆ ਕਰਕੇ ਟੰਗੇ ਤੇ ਮੇਰਾ ਮੁੰਡਾ ਨਿਕਲ ਸਕਦਾ ਨਾ। ਮੈਨੂੰ ਜੇ ਮੈਂ ਇੱਧਰ ਹੋਣਾ ਮੈਂ ਆਪਣੇ ਪੁੱਤ ਨੂੰ ਕਹਿਣਾ ਮੇਰਾ ਆਸੋ ਮੇਰਾ ਦਿਲ ਇੱਧਰੋਂ ਮਰ ਗਿਆ, ਜੇ ਮੈਂ ਇੱਧਰ ਜਾਣਾ ਮੇਰਾ ਆਸੋ ਮੇਰੇ ਇੱਧਰ ਹੌਸਲਾ ਹੁੰਦਾ, ਮੇਰਾ ਪੁੱਤ ਕਾਬੇ वाली साइड पे लगाए। अस्सलाम वालेकुम नाज़रीन, मैं हूँ मुश्ताक खान लोधी। नाज़रीन आज हमारे साथ मौजूद हैं राशिद की वालदा। राशिद जो कि 2 महीने 2.5 महीने पहले अगवा हो गया था, घर से लापता है, कुछ जहनी उसके मसाइल भी हैं। आइए उसकी वालदा से बात करते हैं कि क्या मामला है, क्या माजरा है। अस्सलाम वालेकुम। सलाम अलैकुम जी माँ जी। ਗੱਲ ਹੈ ਕਿ ਪੁੱਤ ਮੇਰਾ ਪੁੱਤਰ ਨੂੰ 2 ਮਹੀਨੇ ਤੇ 15 ਦਿਨ ਹੋ ਗਿਆ ਗਵਾਚੇ ਨੂੰ। ਜਿਸ ਦਿਨ ਦਾ ਉਹ ਰਾਤ ਨੂੰ ਗਾਇਬ ਹੋਇਆ ਕੀਤਾ ਨਾ, ਉਸ ਰਾਤ ਦਾ गायब क्यों होया की होया ਉਹ ਇਸ ਤਰ੍ਹਾਂ ਹੋਇਆ ਸੀ। ਉੱਥੇ ਕਿਤੇ ਲੜਾਈ ਹੋਈ ਆ, ਮਾਲਕ ਮਕਾਨ ਨੇ ਕਿਹਾ ਜੀ ਅੱਜ ਤੋਂ ਬਾਅਦ ਤੁਸੀਂ ਵੇਖੋਗੇ ਨਹੀਂ ਤੇ मालिक मकान ने लड़ाई हुई ਨਹੀਂ ਹੋਰ ਕਿਸੇ ਨਾਲ ਹੋਈ ਸੀ ਲੜਾਈ। और किसी ने ਹੋਰ ते मालिक मकान ने की ਮਾਲਕ ਮਕਾਨ ਨੇ ਕਿਹਾ ਜੀ ਮੇਰੇ ਮਕਾਨ 'ਚ ਰਹਿੰਦੇ, ਅਸੀਂ ਮਕਾਨ ਵੀ ਖਾਲੀ ਕਰਾ ਲਾਂਗੇ ਤੇ ਅਸੀਂ ਮੁੰਡਾ ਵੀ ਅੱਜ ਤੋਂ ਬਾਅਦ ਤੁਹਾਨੂੰ ਨਜ਼ਰ ਨਹੀਂ ਆਏਗਾ। ਮੈਂ ਇਸਲਾਮਾਬਾਦ ਤੋਂ ਚੜ੍ਹੀ ਆਈ ਹਾਂ, ਮੈਂ ਹੜਤਾਲ ਕੀਤੀ, ਫੜਿਆ ਲੱਭਿਆ ਮੈਨੂੰ ਕਿਤੇ ਨਾ ਮਿਲਿਆ। ਤੁਹਾਡਾ ਬੇਟਾ ਜਿਹੜਾ ਹੈਗਾ ਸੀ ਉਹ ज़हनी तौर पे भी कुछ मसले मसाइल थे, ਹੈ ਸੀ क्या मसले क्यों थे, क्या मसले थे, डॉक्टर को दिखाया था? ਉਹ ਇਸ ਤਰ੍ਹਾਂ ਸੀ ਨਾ, ਉਹਦਾ ਥੋੜ੍ਹਾ ਮਸਲਾ ਦਿਮਾਗ ਦਾ ਸੀਗਾ। ਸਾਡੇ ਆਪਣੇ ਰਿਸ਼ਤੇਦਾਰ ਰਿਸ਼ਤੇ ਦੇ ਵਿੱਚ ਮਸਲੇ ਬਣੇ ਸੀਗੇ ਤੇ ਫਿਰ ਉਸ ਤੋਂ ਬਾਅਦ 14 ਸਾਲ ਹੋ ਗਏ ਇਹਨੂੰ, 3 ਸਾਲੀ ਬਾਅਦ 2 ਸਾਲੀ ਬਾਅਦ ਇਹਦਾ ਮਸਲਾ। वो बचपन से ज़हनी तौर पे माजूर नहीं, ਬਚਪਨ ਤੋਂ ਨਹੀਂ ਸੀ ਹੈਗਾ, ਬਚਪਨ ਤੋਂ बाद में हुआ था किसी ज़हनी असर ले लिया किसी? ਅਸਰ ਲੈ ਲਿਆ, ਸਿਰਫ ਉਹਨੇ ਅਸਰ ਲਿਆ ਮਾਮੇ ਦੀ ਬੇਟੀ ਦਾ ਹੀ ਵੀ ਜੇ, ਲੇਕਿਨ ਉਹਨੇ ਕਿਉਂ ਸ਼ਾਦੀ ਮੇਰੇ ਮਾਮੂ ਨੇ ਹੋਰ ਥਾਂ ਕਿਉਂ ਕੀਤੀ, ਮੇਰੇ ਨਾਲ ਕਰਦਾ। ਤੇ ਮੈਨੂੰ ਕਹਿਣ ਲੱਗਾ ਅੰਮੀ ਚੱਲ ਤੂੰ ਉੱਥੋਂ ਹੋਇਆ ਤੇ ਫਿਰ ਜਦੋਂ ਇਸਲਾਮਾਬਾਦੋਂ ਆਵੇਂਗੇ ਨਾ ਫਿਰ ਮੈਂ ਮਾਮੂਆਂ ਨੂੰ ਮਿਲਣ ਜਾਵਾਂਗੇ। ਮੇਰਾ ਮਾਮੂ ਦਾ ਬੜਾ ਦਿਲ ਦਾ ਆਸ ਹੋਇਆ। ਮੈਂ ਕਿਹਾ ਚੱਲ ਠੀਕ ਆ ਕੇ, ਮੈਂ ਕਿਹਾ ਮੈਂ 3 ਦਿਨ ਰਹਿਣਾ, ਚੌਥੇ ਦਿਨ ਮੈਂ ਵਾਪਸ ਆ ਜਾਣਾ। ਮੈਨੂੰ ਜੱਫੀ ਪਾ ਕੇ ਮੈਨੂੰ ਮਿਲਿਆ, ਕਹਿੰਦਾ ਅੰਮੀ ਚੱਲ ਠੀਕ ਆ ਤੂੰ ਜਾ, ਕਹਿੰਦਾ ਹਨੇਰਾ ਹੋ ਜਾਣਾ ਤੈਨੂੰ, ਤੂੰ ਜਾ ਚੱਲ ਜਾ। ਮੈਂ ਫਿਰ ਨਾ ਮੈਂ ਗਈ ਰਸਕੇ 'ਚ, ਮੈਂ ਕਹਾਂ ਮੇਰਾ ਦਿਲ ਵੀ ਨਾ ਕਰੇ ਬਹਿਣ ਨੂੰ, ਉਂਝ ਇੰਨਾ ਨਹੀਂ ਸੀ ਜਿੱਦਾਂ ਇਹਨਾਂ ਨੇ ਮੇਰਾ ਪੁੱਤ ਕਰ ਛੱਡਿਆ। ਮੈਂ ਫਿਰ ਨਾ ਉੱਥੇ ਰਸਕੇ 'ਚ ਚੱਲ ਗਈ। लड़ाई किस गल तो हुई सी क्यों हुई सी की काम करता था? ਕੰਮ ਕੋਈ ਵੀ ਸੀ ਕਰਦਾ, ਰੇੜੀ ਲੱਗਦੀ ਸੀ, ਰੇੜੀ ਲਾਉਂਦਾ ਹੁੰਦਾ ਸੀਗਾ। ਸਾਰੇ रेडी किसी ਫਰੂਟ ਦੀ ਰੇੜੀ ਲਾਉਂਦਾ। फ्रूट दी रेडी? ਹਾਂਜੀ ਫਰੂਟ ਦੀ ਰੇੜੀ ਲਾਉਂਦਾ ਸੀ। ਸੰਗੀ ਯਾਰ ਸਾਰੇ ਉਹਦੇ ਕੋਲ ਖੜੇ ਹੋ ਜਾਂਦੇ ਸੀ ਜਾ ਕੇ। ਉਹ ਸੁਬਾਹ ਉੱਤੋਂ ਉਤਰਿਆ ਵਾ ਰੇੜੀ ਤੇ ਖੜਾ ਜਾਣ ਲੱਗਾ, ਉੱਤੇ ਰਸ਼ ਸੀਗਾ ਬੜਾ ਬੱਚਿਆਂ ਦਾ। ਤੇ ਜਿਹੜੀ ਮੰਡੀ ਤੈਨੂੰ ਪਤਾ ਵੀ ਤੁਹਾਨੂੰ ਕੋਈ ਸੌਦਾ ਲੈਣ ਆਉਂਦੇ ਆ, ਖਰੀਦਣ ਆਉਂਦੀਆਂ ਔਰਤਾਂ, ਉਹ ਬੱਚੀਆਂ ਸੀਗੀਆਂ ਨਿੱਕੀਆਂ ਨਿੱਕੀਆਂ ਤੇ ਉਹਨੇ ਕੀਤਾ, ਇੱਕ ਬੱਚਾ ਸੀ 8 ਸਾਲਾਂ ਦਾ, 7 ਸਾਲਾਂ ਦੀ ਬੱਚੀ ਸੀਗੀ, ਉਹਨੇ ਬਾਜੂ ਫੜ ਕੇ ਪਰੇ ਕੀਤਾ ਤੇ ਉਹਨੇ ਕਿਹਾ ਹਾਂ ਬਾਜੂ ਕੇ ਮੇਰੀ ਬੱਚੀ ਦਾ ਫੜ ਕੇ ਪਰੇ ਕੀਤਾ, ਇੱਥੋਂ ਨੇ ਲੜਾਈ ਬਣਾ ਲਈ। ਮੇਰੀ ਕਾਲ ਵੀ ਹੋਈ ਆ ਫੋਨ ਤੇ, ਸਾਰੇ ਮੰਡੀ ਨੇ ਵੀ ਕਿਹਾ ਵੀ ਨਹੀਂ ਬੱਚਾ ਇਸ ਤਰ੍ਹਾਂ ਨਹੀਂ, ਚਲੋ ਬਾਂਹ ਫੜ ਕੇ ਪਰੇ ਕਰਤਾ, ਕੋਈ ਐਸੀ ਗੱਲ ਨਹੀਂ ਹੈਗੀ। बाजू पकड़ के साइड पे? ਹਾਂਜੀ ਸਾਈਡ ਤੇ ਕੀਤਾ। ਫਿਰ ਉਹਨੇ ਕਿਹਾ ਜੀ ਤੁਸੀਂ ਨਾ ਉਹਨੇ ਕਿਹਾ, ਉਹ ਜੇ ਬੋਲਣ ਲੱਗੇ ਸਾਰਿਆਂ ਰਫੂ ਦਫੂ ਗੱਲ ਘਰ ਛੜੀ। ਉਹਨੇ ਕਿਹਾ ਕੋਈ ਗੱਲ ਨਹੀਂ ਹੈਗੀ, ਸਾਰਿਆਂ ਨੇ ਸਾਡੀ ਹਾਮੀ ਭਰੀ ਆ ਵੀ ਬੱਚਾ ਇਸ ਤਰ੍ਹਾਂ ਨਹੀਂ, ਬੱਚੇ ਨੇ ਬਾਂਹ ਫੜ ਕੇ ਪਰੇ ਕਰਤਾ, ਉਹਨੇ ਲੰਘਣਾ ਸੀਗਾ, ਕੋਈ ਏਡੀ ਗੱਲ ਨਹੀਂ ਹੈਗੀ। ਤੇ ਫਿਰ ਮੁੜ ਕੇ ਉਸ ਤੋਂ ਬਾਅਦ ਫਿਰ ਉਹ ਚੱਲ ਜਾਂਦੇ ਆ। ਉਹ ਜਿਹੜੀ ਉਹ ਮਾਈ ਸੀਗੀ ਉਹਨੂੰ ਕਹਿਣ ਲੱਗਾ ਮਾਈ ਅੱਜ ਤੋਂ ਬਾਅਦ ਤੂੰ ਇਹਨੂੰ ਦੇਖੇਂਗੀ ਨਹੀਂ। किन्ने गया जिंदे नाल लड़ाई हुई? ਜਿਹੜਾ ਮਾਲਕ ਮਕਾਨ ਸੀ, ਮਾਲਕ ਮਕਾਨ ਨੇ ਕਿਹਾ। मालिक मकान दा विच की काम सी, मतलब ਇਦਾਂ ਸੀ ਨਾ, ਉਹਦਾ ਗੋਦਾਮ ਆ ਨਾ ਇੱਦਾਂ ਥੱਲੇ ਬਣਿਆ ਹੋਇਆ, ਉਹਦੇ ਅੱਗੇ ਟੋਕਰੀਆਂ ਲਾਈਆਂ ਸਬਜ਼ੀਆਂ ਦੀਆਂ, ਲੇਕਿਨ ਉਹਨਾਂ ਨੇ ਨਾ ਠੀਏ ਬਣਾਏ ਸਬਜ਼ੀਆਂ ਦੇ, ਵੇਚਦੇ ਸਬਜ਼ੀਆਂ। मालिक मकान ਮਾਲ ਮਕਾਨ ਨਹੀਂ ਵੇਚਦਾ, ਮਾਲਕ ਮਕਾਨ ਅੱਗੇ ਉਹ ਬਿਠਾਲਦਾ ਵਾ, मालिक मकान ने अपने आगे ਬਿਠਾਏ ਹੋਏ ਸੀ। ਹਾਂ ਲੰਘਣ ਨੂੰ ਰਸਤਾ ਨਹੀਂ ਸੀ, ਨੇ ਫੜ ਕੇ ਬਾਜ਼ੂ ਪਰੇ ਕੀਤਾ ਵੀ ਮੈਂ ਲੰਘ ਜਾਵਾਂ। ਤੇ ਇੱਥੋਂ ਉਹਨੇ ਗੱਲ ਬਣਾ ਲਈ। ਮੈਂ ਆਈਆਂ 11 ਵਜੇ ਮੈਂ ਇਸਲਾਮਾਬਾਦੋਂ ਪਹੁੰਚੀ ਲਾਹੌਰ। ਜਦੋਂ ਮੈਂ ਆਈ ਅੱਗੇ ਮੈਂ ਪਤਾ ਸ਼ੁਰੂ ਕੀਤਾ, ਮੈਨੂੰ ਕਿਤੇ ਉਹ ਪਤਾ ਨਹੀਂ ਲੱਗਾ। ਮੈਂ गायब सी? ਗਾਇਬ ਹੋ ਗਿਆ। 9:30 ਵਜੇ ਬੱਚਾ ਮੇਰਾ ਗਾਇਬ ਇਹਨਾਂ ਨੇ ਕਰਾਤਾ ਸੀ। ਮੇਰਾ ਬੰਦਾ ਇਹਦਾ ਪੌੜੀ ਚੜ੍ਹ ਕੇ ਇਹਨਾਂ ਦੇ ਕੁਆਟਰ ਚੱਲਾ, ਕਹਿਣ ਲੱਗਾ ਬਾਬਾ ਕਿੱਧਰ। ਅੱਛਾ बच्चा कल्ला सी ਜਿਹੜਾ गायब? ਨਹੀਂ ਉਹਦਾ ਪਿਓ ਸੀ, ਇਹ ਵੀ ਸੀਗਾ ਮੇਰਾ ਮੁੰਡਾ, ਇੱਕ ਇਸ ਤੋਂ ਛੋਟਾ ਸੀਗਾ। ਉਹਨੇ ਜਦੋਂ ਨਾ ਮੇਰਾ ਮੀਆਂ ਉੱਤੇ ਚਾਣ ਲੱਗਾ, ਉਹਨੂੰ ਕਹਿੰਦਾ ਬਾਬਾ, ਉਹ ਕਹਿੰਦਾ ਹਾਂ, ਕਹਿੰਦਾ ਇਹ ਕਾਕਾ ਲੱਭਾ ਨਹੀਂ। ਨੇ ਕਿਹਾ ਮੈਨੂੰ ਤਾਂ ਕਾਕਾ ਦਿਨ ਦੇ 12 ਵਜੇ ਦਾ ਲੱਭਣ ਡਿਆ ਤੇ ਮੈਨੂੰ ਅਜੇ ਤੱਕ ਕਾਕਾ ਨਹੀਂ ਲੱਭਿਆ। ਉਹਦੀ ਮਾਂ ਵੀ ਆ ਰਹੀ ਆ
ਤੇ ਕਹਿੰਦਾ ਅੱਛਾ ਇੰਨੀ ਗੱਲ ਕਹੀ ਆ ਤੇ ਇਹ ਚੱਲ ਜਾਂਦੇ ਆ, ਇਹ ਚੱਲ ਜਾਂਦੇ ਆ, ਜੋ ਚੱਲ ਜਾਂਦੇ ਆ ਮੁੜ ਕੇ ਮੈਂ ਆ ਜਾਂਦੀ ਆ। ਮੈਂ ਪੁੱਛਦੀ ਆ ਤੈਨੂੰ ਮਿਲਿਆ ਨਹੀਂ? ਕਹਿੰਦਾ ਨਹੀਂ। ਮੈਂ ਚੌਂਕੀ ਚੱਲ ਜਾਂਦੀ, ਚੌਂਕੀ ਵਾਲੇ ਨੇ ਮੈਨੂੰ ਲਾਰੀ ਅੱਡੇ ਥਾਣੇ ਭੇਜਿਆ, ਲੱਕੜ ਮੰਡੀ ਥਾਣੇ ਭੇਜਿਆ, ਤੇ ਪੁਲੋਂ ਪਾਰ ਥਾਣਾ ਸੀ ਉੱਥੇ ਭੇਜਿਆ ਮੈਨੂੰ। ਕਿਤੇ ਉਹ ਕਹਿਣ ਮਾਂ ਜੇ ਤਸਵੀਰ ਦਿਖਾਵਾਂ, ਉਹ ਕਹਿਣ ਮਾਂ ਇਹੋ ਜਿਹਾ ਬੱਚਾ ਸਾਡੇ ਅਸੀਂ ਅੱਖਾਂ ਨਾਲ ਪਹਿਲੀ ਦਫਾ ਵੇਖਿਆ ਵਾ, ਸਾਡੇ ਕੋਲ ਬੱਚਾ ਹੀ ਇਹੋ ਜਿਹਾ ਨਹੀਂ ਹੈਗਾ। ਥਾਣਾ ਮੈਨੂੰ ਅੱਗੇ ਕਰ ਦਿੰਦੇ ਤੇ ਕਹਿੰਦੇ ਮਾਂ ਲੱਭ ਲਾ ਜੇ ਸ਼ੱਕ ਦੀ, ਜਾਂ ਫਲਾਨੀ ਜਗ੍ਹਾ ਤੇ ਹੈਗਾ, ਜਾਂ ਫਲਾਨੇ ਮੁੰਡੇ ਨਾਲ ਗਿਆ। ਅੱਜ ਤੱਕ 2.5 ਮਹੀਨਿਆਂ 'ਚ ਮੈਨੂੰ ਕਿਸੇ ਬੰਦੇ ਨੇ ਇਨਕੁਆਰੀ ਨਹੀਂ ਦਿੱਤੀ ਹੈਗੀ। ਜਿਹੜਾ ਮਾਲਕ ਮਕਾਨ ਮੈਨੂੰ ਤੜੀਆਂ ਲਾਉਂਦਾ, ਕਹਿੰਦਾ ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦੀ। ਮਾਲਿਕ ਮਕਾਨ ਹੁਣ ਵੀ ਤੜੀਆਂ ਲਾਉਂਦਾ? ਹਾਂ ਹੁਣ ਵੀ ਤੜੀਆਂ ਲਾਉਂਦਾ। ਤੁਸੀਂ ਹੁਣ ਪੁਲਿਸ ਨੂੰ ਜਾ ਕੇ ਦੱਸੋ ਕਿ ਇਹਨੇ ਉਸ ਟਾਈਮ ਵੀ ਕਿਹਾ ਸੀ ਮੈਂ ਤੁਹਾਨੂੰ ਸ਼ੱਕ ਜ਼ਾਹਿਰ ਕੀਤਾ ਸੀ ਤੇ ਹੁਣ ਧਮਕੀਆਂ ਲਾਉਂਦਾ? ਤੇ ਉਹਨੂੰ ਮੈਂ ਜਾ ਕੇ ਫਿਰ ਗਈ ਆ, ਫਿਰ ਮੈਂ ਜਾ ਕੇ ਨਾਂ ਲਿਖਾ ਦਿੱਤੇ ਨਾ ਹੁਣ ਨਾਮਜ਼ਦ ਪਰਚਾ? ਹਾਂ ਜੀ, ਪਰਚਾ ਵੀ ਕੱਟਿਆ ਗਿਆ, ਨਾਂ ਵੀ 4 ਬੰਦਿਆਂ ਦੇ ਮੈਂ ਲਿਖਾ ਦਿੱਤੇ। ਉਹ ਪਰਚੇ ਦੀ ਕਾਪੀ? ਉਹ ਪਰਚੇ ਦੀ ਕਾਪੀ ਅੱਗਿਓਂ ਈਦ ਆ ਗਈ, ਈਦੋਂ 2 ਦਿਨ 2 ਰੋਜ਼ੇ ਰਹਿੰਦੇ ਜਦੋਂ ਮੈਂ ਨਾਂ ਲਿਖਾ ਕੇ ਆਈ ਹਾਂ। ਅੱਗੋਂ ਫਿਰ ਈਦ ਆ ਗਈ, ਫਿਰ ਅੱਜ ਵੀ ਛੁੱਟੀ ਹੈ, ਕੱਲ੍ਹ ਨੂੰ ਮੈਨੂੰ ਕਾਗਜ਼ ਮਿਲਣੇ ਆ। ਕਾਗਜ਼ ਦੀ ਪਰਚੇ ਦੀ ਕਾਪੀ? ਹਾਂਜੀ, ਆਫਿਆ ਜੀ ਕਹਿੰਦੇ ਨਾ ਉਹਨੂੰ, ਆਫਿਆ ਦੀ ਕਾਪੀ ਕੱਲ੍ਹ ਮੈਨੂੰ ਮਿਲਣੀ ਆ। ਥਾਣੇਦਾਰ ਨੂੰ ਮੈਂ ਫੋਨ ਕੀਤਾ, ਕਹਿੰਦਾ ਮਾਂ ਕੱਲ੍ਹ ਆ ਕੇ ਤੇ ਲੈ ਜੀ। ਥਾਣੇਦਾਰ ਨੂੰ ਮੈਂ ਪੁਲਿਸ ਲੱਭ ਰਹੀ ਹੈ, ਪੁਲਿਸ ਤੁਹਾਡੇ ਨਾਲ ਤਾਵਨ ਕਰ? ਨਹੀਂ, ਪੁਲਿਸ ਨਹੀਂ ਲੱਭ ਰਹੀ। ਪੁਲਿਸ ਨੇ ਇਹ ਗੱਲ ਕਹੀ ਆ ਵੀ ਤੁਸੀਂ ਲੱਭ ਕੇ ਦਿਓ ਮਾਈ ਨੂੰ ਮੁੰਡਾ। ਉਹਨਾਂ ਨੂੰ ਮਾਲਿਕ ਮਕਾਨ? ਹਾਂਜੀ, ਮਾਲਕ ਮਕਾਨ ਨੂੰ ਕਿਹਾ ਤੁਸੀਂ ਮੁੰਡਾ ਤੁਸੀਂ ਵੀ ਲੱਭੋ ਤੇ ਇਹ ਵੀ ਵੇਚ ਦੇ। ਮੈਂ ਅੱਗੇ ਉਹਨੂੰ ਇਹ ਗੱਲ ਕਹੀ ਵੀ ਮੈਂ ਥੱਕ ਗਈ ਆ, ਮੇਰੀ ਬੱਸ ਹੋ ਗਈ ਆ। ਮੈਂ ਕਿਹਾ ਵੀ ਮੈਂ ਆਪਣੇ ਪੁੱਤ ਨੂੰ ਲੱਭ ਕੇ ਇਹਨਾਂ ਨੂੰ ਕਿਹਾ ਮੇਰਾ ਪੁੱਤਰ ਜਿੱਥੇ ਵੀ ਹੈਗਾ, ਮੇਰਾ ਪੁੱਤ ਮੈਨੂੰ ਸਹੀ ਸਲਾਮਤ ਦੇ। ਮੈਂ ਇਹਨਾਂ ਕੋਲ ਆਪਣਾ ਪੁੱਤਰ ਲੈਣਾ ਜਿੱਥੋਂ ਮਰਜ਼ੀ ਮੈਨੂੰ ਦੇ। ਹੁਣ ਉਹ ਪੁਲਿਸ ਨੇ ਉਹਨਾਂ ਨੂੰ ਕਿਹਾ ਲੱਭ ਕੇ ਦਿਓ ਤੇ ਉਹ ਧਮਕੀਆਂ ਲਾਉਂਦੇ ਨੇ? ਅੱਗੋਂ ਧਮਕੀਆਂ ਲਾਉਂਦੇ ਆ ਜਦੋਂ ਵੀ ਅਸੀਂ ਸਾਰਾ ਕੁਝ ਵਾਲ ਨਹੀਂ ਵਿਗਾ ਕਰ ਸਕਦੇ, ਸਾਰਾ ਕੁਝ ਵਿਗਾੜ ਨਹੀਂ ਸਕਦੇ। ਮਤਲਬ ਉਹਨਾਂ ਨੇ ਹੀ ਗਾਇਬ ਕੀਤਾ? ਹਾਂਜੀ, ਗੈਬ ਇਹਨਾਂ ਦੇ ਵਿੱਚ ਆ। ਮੁੰਡਾ ਸਾਰੀ ਦੁਨੀਆ ਕਹਿੰਦੀ ਇਹਨਾਂ ਦੇ ਵਿੱਚ ਆ। ਜੇ ਪੁਲਿਸ ਚਾਹਵੇ ਨਾ ਪੁੱਠਿਆ ਕਰਕੇ ਟੰਗੇ ਤੇ ਮੇਰਾ ਮੁੰਡਾ ਨਿਕਲ ਸਕਦਾ ਉਹਨਾਂ ਦੇ ਵਿੱਚ। ਤੁਹਾਨੂੰ ਇਹ ਯਕੀਨ ਹੈ ਕਿ ਉਹਨਾਂ ਨੇ ਗਾਇਬ ਹੀ ਕੀਤਾ? ਪੱਕਾ ਯਕੀਨ ਆ। ਮੈਂ ਦਾਤਾ ਦੀ ਨਗਰੀ 'ਚ ਬੈਠੀ ਆ। ਪੁੱਤ ਮਾਵਾਂ ਨੂੰ ਜਿਹੜੀਆਂ ਮਾਵਾਂ ਹੁੰਦੀਆਂ ਨਾ, ਮਾਵਾਂ ਦੀਆਂ ਅੰਦਰਾਂ ਬੜੀਆਂ ਹੁੰਦੀਆਂ। ਮੈਂ ਤੁਹਾਨੂੰ ਕੀ ਪਤਾ, ਮੈਨੂੰ ਜੇ ਮੈਂ ਇੱਧਰ ਹੋਣਾ ਮੈਂ ਆਉਣਾ, ਮੈਂ ਆਪਣੇ ਪੁੱਤ ਨੂੰ ਕਹਿਣਾ ਮੇਰਾ ਆਸੋ ਮੇਰਾ ਦਿਲ ਇੱਧਰੋਂ ਮਰ ਗਿਆ। ਜੇ ਮੈਂ ਇੱਧਰ ਜਾਣਾ ਮੈਂ ਆਸੋ ਮੈਨੂੰ ਇੱਧਰ ਹੌਸਲਾ ਹੁੰਦਾ। ਮੇਰਾ ਪੁੱਤ ਕਾਬੇ ਵਾਲੀ ਸਾਈਡ 'ਤੇ ਲਗਾਏ ਆ, ਕਾਬੇ ਵਾਲੀ ਸਾਈਡ 'ਤੇ ਮੇਰੇ ਪੁੱਤ ਨੂੰ ਲੈ ਕੇ ਗਏ ਆ। ਤੇ ਪੁੱਤ ਮੇਰੀ ਗੱਲ ਸੁਣ, ਮੈਂ ਤਾਂ ਇਹ ਕਹਿੰਦੀ ਮੈਨੂੰ ਜਿੱਥੇ ਵੀ ਹੈਗਾ ਮੈਨੂੰ ਪੁੱਤਰ, ਮੈਨੂੰ ਕੋਈ ਜਿੱਥੇ ਵੀ ਬੈਠਾ ਵਾ ਮੈਨੂੰ ਫੋਨ ਕਰਕੇ ਕਹਿ ਦੇਣਾ ਫਲਾਣੀ ਜਗ੍ਹਾ 'ਤੇ ਬੈਠਾ, ਮਾਂ ਆਪਣਾ ਪੁੱਤਰ ਲੈ ਜਾ, ਮੈਂ ਲੈ ਆਵਾਂਗੀ ਜਾ ਕੇ। ਪਿਆਰ ਤੇ ਜ਼ਾਹਿਰੀ ਗੱਲ ਹੈ, ਮਾਂ ਉਹ ਪਿਆਰ ਤੇ ਕਰਦੇ ਹੋਗੇ ਤੇ ਉਹ ਵੀ ਇਹ ਤੋਂ ਬਗੈਰ ਨਹੀਂ ਸੀ ਰਹਿੰਦਾ ਹੁੰਦਾ। ਮੈਂ ਮਾੜੀ ਜੀ ਇੱਧਰ ਪਿੱਛੇ ਹੋ ਜਾਣਾ, ਕਹਿਣਾ ਅੰਮੀ ਜੀ ਤੁਸੀਂ ਨਾ ਬਾਹਰ ਅੰਦਰ ਨਿਕਲਿਆ ਕਰੋ। ਮੈਂ ਰੇਹੜੀ ਤੇ ਚੱਲ ਜਾਣਾ, ਕਹਿਣਾ ਅੰਮੀ ਜੀ ਤੁਸੀਂ ਘਰ ਰਿਹਾ ਕਰੋ। ਅੰਮੀ ਜੀ ਤੁਸੀਂ ਬਿਮਾਰ ਹੁੰਦੇ, ਅੰਮੀ ਜੀ ਤੁਸੀਂ ਨਾ ਜਾਇਆ ਕਰੋ। ਰਾਤ ਨੂੰ 3-3 ਵਜੇ 2-2 ਵਜੇ ਤੱਕ ਮੈਂ ਮੰਡੀ ਵਿੱਚ ਤੁਸੀਂ ਆ ਜਿਓ, ਮੈਂ ਤੁਹਾਡੇ ਬੰਦੇ ਮੂੰਹ ਤੇ ਕਰ ਦਾਂਗੀ। 3-3 ਵਜੇ ਤੱਕ 2-2 ਵਜੇ ਤੱਕ ਮੈਂ ਮੰਡੀ 'ਚ ਫਿਰਦੀ ਹੁੰਦੀ ਆ ਆਪਣੇ ਪੁੱਤ ਦੇ ਪਿੱਛੇ। ਮੈਂ ਨਾ ਉਹਦਾ ਜਿਹੜਾ ਜ਼ਹਿਨੀ ਮਸਲਾ ਸੀ ਉਹ ਤੇ ਨਹੀਂ ਕਿ ਕਿਸੇ ਉਹਦੇ ਜ਼ਹਿਨੀ ਅਟੈਕ ਹੋਇਆ ਹੋਵੇ ਤੇ ਉਹ ਕਿੱਥੇ ਚਲਾ ਗਿਆ, ਆਪ ਚਲਾ ਗਿਆ? ਨਹੀਂ ਪਤਾ, ਆਪ ਖੁਦ ਨਹੀਂ, ਆਪ ਜਾਵੇ ਵੀ ਨਾ ਜਾਵੇ ਵੀ ਬੜੀ ਅੱਜ ਦਾ ਹੁਣ ਦਾਤਾ ਸਾਹਿਬ ਨਗਰੀ ਦਾ ਡੇਰਾ ਨਹੀਂ ਹੈਗਾ, ਇੱਥੋਂ ਇੰਜ ਦੂਰ ਜਾ ਸਕਦਾ, ਫਿਰ ਕੇ ਘੁਮਾ ਕੇ ਫਿਰ ਘਰ ਆ ਜਾਣਾ ਉਹਨੇ। ਆ ਜਾਂਦਾ? ਪਹਿਲੇ ਵੀ ਜਾਂਦਾ? ਹਾਂ, ਪਹਿਲੇ ਵੀ ਚੱਲ ਜਾਂਦਾ ਸੀ। ਹੁਣ ਤਾਂ 2.5 ਮਹੀਨੇ ਗੁਜ਼ਰ ਗਿਆ, ਜੇ 1-2 ਮਹੀਨੇ 15 ਦਿਨ ਹੋ ਗਏ। ਉਹ ਤਾਂ 3 ਦਿਨ ਵੀ ਬੜੇ ਗੁਜ਼ਾਰਦਾ ਹੁੰਦਾ ਸੀ ਔਖੇ। 3 ਦਿਨ ਵੀ ਬੜੇ ਔਖੇ ਗੁਜ਼ਾਰਨੇ, ਜਾ ਕੇ ਰਾਵੀ ਦੇ ਕਿਨਾਰੇ 'ਤੇ ਬਹਿ ਪੁੱਤ ਮੇਰੀ ਗੱਲ ਸੁਣ ਲਾ, ਮੈਨੂੰ ਪੁੱਤਰ ਚਾਹੀਦਾ, ਆ ਮੇਰਾ ਨੰਬਰ ਲੈ ਲਓ। ਉਹਨਾਂ ਨੂੰ ਕਹੋ ਵੀ ਤੁਹਾਡੀ ਬੜੀ ਮਿਹਰਬਾਨੀ ਆ, ਜਿਹਦੇ ਕੋਲ ਵੀ ਹੈਗਾ ਦਾ ਪੁੱਤਰ मेरा पीछे मोड़ दें। जी तो नाजरीन, आपने देखा कि किस तरह से राशिद की वालदा अपने बेटे के गम में निढाल हैं, किस तरह से वो बेचारी माँ तड़प रही है, दिन रात तड़प रही है, बच्चे को ढूंढ रही है, दीवाना वार ढूंढ रही है, लेकिन उनका बेटा मिल नहीं रहा। और पुलिस का महकमा, क्या उनका ये काम था कि वो कहें कि आप आपस में ढूंढ लें, आपस में सेटलमेंट कर लें? ये कोई ऐसी चीज़ थी? एक बेटा लापता है, एक माँ का बेटा लापता है, उसको पुलिस को चाहिए था एक प्रोएक्टिव अप्रोच के साथ ढूंढे, लेकिन पुलिस ने ऐसा नहीं किया। हमारे टैक्सों से पलने वाली पुलिस, हमारे टैक्सों से, हमारी जेब से निकलने वाला टैक्स जो इनकी जेबें भरता है, वो आज उस पे टैक्स पे पलने वाली पुलिस भी हमारा साथ नहीं दे रही है, आवाम के लिए कुछ नहीं कर रही है। यही कोई बासर आदमी होता तो उसके लिए पुलिस की दौड़ें लग चुकी होती। किसी अमीर बंदे का कुत्ता भी मर जाए तो शायद ये पुलिस एक्टिव होती है, लेकिन अगर गरीब बंदे का बेटा भी लापता हो जाए तो मेरे ख्याल से वो इतनी अहमियत का हामिल नहीं है। बहुत शुक्रिया, अपना ख्याल रखिएगा, अल्लाह हाफ़िज़।